ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਣਾ ਕਰਮਜੀਤ ਮਿਸ਼ਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੰਜਾਬ ਇਸ ਹਫਤੇ। ਪ੍ਰੋਗਰਾਮ ਪੰਜਾਬ ਇਸ ਹਫਤੇ ਵਿੱਚ ਤੁਹਾਡਾ ਸਵਾਗਤ। ਆਓ ਕਰਦੇ ਹਾਂ ਇੱਕ ਖਾਸ ਮੁਲਾਕਾਤ। ਅੱਜ ਸਾਡੇ ਦਰਮਿਆਨ ਨੇ ਦੁਰਾਹਾ ਸ਼ਹਿਰ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮਹਿਤਾਜ ਨਹੀਂ, ਆਲ ਟ੍ਰੇਡ ਯੂਨੀਅਨ ਦੇ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਜੱਗੀ ਸਾਹਿਬ ਸਾਡੇ ਦਰਮਿਆਨ ਨੇ। ਆਓ ਕਰਦੇ ਹਾਂ ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ। ਮੇਰੇ ਵੱਲੋਂ ਟੀਵੀ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪ੍ਰਧਾਨ ਜੀ, ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਤੁਹਾਡਾ ਜਨਮ ਸਥਾਨ ਕਿਹੜੀ ਜਗ੍ਹਾ ਦਾ ਔਰ ਕਿੰਨੇ ਭੈਣ ਭਰਾ ਹੋ ਤੁਸੀਂ ਔਰ ਸਟੱਡੀ ਵਗੈਰਾ ਕਿੱਥੋਂ ਸ਼ੁਰੂ ਕੀਤੀ? ਇਸ ਤਰ੍ਹਾਂ ਗੱਲ ਹੈ ਜੀ, ਮੇਰਾ ਜਨਮ ਸਥਾਨ ਤਾਂ ਹੈ ਪਾਕਿਸਤਾਨ 'ਚ ਜੀ। 1943 'ਚ ਮੈਂ ਪੈਦਾ ਹੋਇਆ ਜੀ ਰਾਵਲਪਿੰਡੀ 'ਚ। ਜੀ ਉੱਥੋਂ ਅਸੀਂ ਫਿਰ 1947 'ਚ ਹਿੰਦੁਸਤਾਨ 'ਚ ਆ ਗਏ, ਇੱਥੇ ਜੀ ਭਾਰਤ 'ਚ ਆ ਕੇ ਵਸੇ। ਜੀ ਇੱਕ ਸਭ ਤੋਂ ਵੱਡਾ ਮੇਰਾ ਭਰਾ ਸਰ ਤਰਲੋਕ ਸਿੰਘ ਜੱਗੀ, ਜੋ ਪੰਜਾਬ ਕਰਿਆਨਾ ਇੰਡਸਟਰੀ ਦੇ ਪ੍ਰਧਾਨ ਸਨ। ਜੀ। ਉਸ ਤੋਂ ਛੋਟਾ ਭਰਾ ਮੇਰਾ ਗੁਰਚਰਨ ਸਿੰਘ ਜੱਗੀ, ਜੋ ਇੰਜੀਨੀਅਰ ਹੈ। ਜੀ। ਉਸ ਤੋਂ ਛੋਟਾ ਭਰਾ ਧਰਮਜੀਤ ਸਿੰਘ ਜੱਗੀ, LIC ਅਫਸਰ ਨੇ ਉਹ। ਜੀ। ਤੇ ਦੋ ਭਰਾ ਅਸੀਂ ਦੁਕਾਨਦਾਰੀ ਕਰਦੇ ਹਾਂ ਸ਼ਹਿਰ ਦੇ ਵਿੱਚ। ਜੀ। ਹਾਂ, ਬਸ ਕਿਰਪਾ ਮਹਾਰਾਜ ਦੀ ਵੀ ਥੋੜ੍ਹਾ ਬਹੁਤਾ ਨਾਮ ਹੈ ਲੋਕਾਂ 'ਚ। ਸੋ ਸਰ, ਦੁਕਾਨਦਾਰੀ ਦੇ ਨਾਲ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੇਖ ਰਹੇ ਹੋ, ਸਾਰਾ ਕੁਝ ਦੇਖਦੇ ਦੇਖਦੇ ਸਮਾਜ ਸੇਵਾ 'ਚ ਕਿਸ ਤਰ੍ਹਾਂ ਹੈ? ਸਮਾਜ ਸੇਵਾ ਦੇਖੋ ਜੀ, ਮੈਨੂੰ ਗੁਰਤੀ ਮਿਲਿਆ ਮੇਰੇ ਪਿਤਾ ਜੀ ਕੋਲੋਂ। ਜੀ। ਉਹ ਜਦੋਂ ਤੋਂ ਅਸੀਂ ਦਰਾਹੇ ਇੱਥੇ ਵਸੇ ਆ ਕੇ, ਜੀ। ਉਦੋਂ ਤੋਂ ਹੀ ਉਹ ਲੋਕਾਂ ਦੀ ਸੇਵਾ, ਕਿਉਂਕਿ ਅਸੀਂ ਆਪ ਦੁਖੀ ਸਾਂ ਪਹਿਲਾਂ, ਜਦੋਂ ਅਸੀਂ ਆਏ ਉੱਜੜ ਕੇ ਆਏ ਜੀ। ਤਾਂ ਸਾਡੇ ਕੋਲ ਪਹਿਲੇ ਕੱਖ ਵੀ ਨਹੀਂ ਸੀਗਾ। ਜੀ। ਤੇ ਹੌਲੀ ਹੌਲੀ ਅਸੀਂ ਮਿਹਨਤ ਕਰਦੇ ਰਹੇ, ਮਿਹਨਤ ਕਰਦੇ ਕਰਦੇ ਕੁਝ ਕਮਾਉਣ ਜੋਗੇ ਸਾਡੇ ਪਿਤਾ ਜੀ ਹੋ ਗਏ। ਤਾਂ ਉਹਨਾਂ ਨੇ ਸ਼ੁਰੂ ਤੋਂ ਹੀ ਇਹ ਨਿਸ਼ਚਾ ਕੀਤਾ ਸੀ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਹੈ, ਔਰ ਲੋਕਾਂ ਦੀ ਸੇਵਾ ਕਰਦੇ ਰਹੇ ਹੋ। ਮਰਨ ਤੱਕ ਉਹਨਾਂ ਨੇ ਆਪਣਾ ਇਹ ਨਿਸ਼ਚਾ ਨਹੀਂ ਛੱਡਿਆ। ਉੱਥੋਂ ਮੈਨੂੰ ਗੁਰਤੀ ਮਿਲੀ। ਤਾਂ ਮੈਂ ਜਦੋਂ ਜਵਾਨ ਸੀ, ਤਗੜਾ ਸੀਗਾ, 26-27 ਸਾਲ ਦਾ, ਮੇਰਾ ਰਿਕਾਰਡ ਸੀ ਦਰਾਹੇ ਦੇ ਵਿੱਚ ਮੈਂ 37 ਵਾਰੀ ਖੂਨਦਾਨ ਦਿੱਤਾ। ਜੀ। ਡਾਕਟਰ ਰਵਾਨ ਸਿੰਘ ਪੈਲੀਏ ਕੋਈ ਚਰਜਾ ਬਸ਼ੱਕ। ਜਦੋਂ ਵੀ ਕਿਸੇ ਮਰੀਜ਼ ਨੇ ਡਿੱਗਣਾ, ਇੱਥੇ ਕੋਈ ਐਕਸੀਡੈਂਟ ਹੋਣਾ, ਮੈਂ ਉਹਨੂੰ ਚੱਕ ਕੇ ਹਸਪਤਾਲ 'ਚ ਪਹੁੰਚਾਉਣਾ। ਜੀ। ਕਈ ਵਾਰ ਐਸਾ ਹੁੰਦਾ ਸੀ ਵੀ ਕਿਸੇ ਗਰੀਬ ਕੋਲ ਪੈਸੇ ਨਾ ਹੋਣ ਤਾਂ ਮੈਂ ਪੈਸੇ ਵੀ ਪੱਲੇ ਲਾ ਕੇ ਉਹਨਾਂ ਦਾ ਇਲਾਜ ਕਰਾਉਂਦਾ ਹੁੰਦਾ ਸੀ। ਸੋ ਸਰ, ਇਸ ਦੇ ਨਾਲ ਨਾਲ ਤੁਸੀਂ ਹੋਰ ਵੀ ਕਾਫੀ ਸੰਸਥਾਵਾਂ ਨਾਲ ਜੁੜੇ ਹੋਏ ਹੋ, ਉਹਨਾਂ ਨਾਲ ਜੁੜ ਕੇ ਨਿਸ਼ਕਾਮ ਸੇਵਾ ਵੀ ਕਰ ਰਹੇ ਹੋ। ਜਿੱਦਾਂ ਤੁਸੀਂ ਦੱਸਿਆ ਕਿ ਰੋਟਰੀ ਕਲੱਬ ਨਾਲ ਜੁੜ ਕੇ ਤੁਸੀਂ ਖੂਨਦਾਨ ਕੈਂਪ ਵੀ ਕੀਤੇ। ਇੱਕ ਤੁਸੀਂ ਆਪਣੀ ਵੀ ਕਲੱਬ ਬਣਾਈ ਹੋਈ ਆ, ਉਸ ਦਾ ਕੀ ਨਾਮ ਹੈ ਸਰ? ਅਸੀਂ ਐਕਚੁਅਲੀ ਨਾ ਗੁਰਦੁਆਰਾ ਕਲਗੀਧਰ ਸਾਹਿਬ ਦਾ ਮੈਂ ਜਨਰਲ ਸੈਕਟਰੀ ਹਾਂ। ਜੀ। ਤਕਰੀਬਨ 40 ਸਾਲ ਤੋਂ ਮੈਂ ਅਨਪੋਜ਼ਡ ਬਣਦਾ ਆ ਰਿਹਾ। ਜੀ। ਸੇਵਾ ਕਰਦਾ, ਲੋਕਾਂ ਦੀ ਮਿਲਦਾ ਉੱਥੇ ਮੈਂ। ਜੀ। ਤੇ ਇਸੇ ਤਰ੍ਹਾਂ ਹੀ ਸਾਡੀ ਰਾਜ ਸੰਸਥਾ ਹੈ ਆਲ ਟ੍ਰੇਡ ਯੂਨੀਅਨ, ਉਹਦਾ ਮੈਂ ਪ੍ਰਧਾਨ ਹਾਂ। ਸ਼ਹਿਰ ਦੀ ਵੀ ਕੋਈ ਵੀ ਸਮੱਸਿਆ ਹੋਵੇ, ਕੋਈ ਵੀ ਗੱਲ ਹੋਵੇ, ਤਾਂ ਮੈਨੂੰ ਉਹ ਜ਼ਰੂਰ ਯਾਦ ਕਰਦੇ ਨੇ। ਮੈਂ ਉੱਥੇ ਜਾਂਦਾ, ਅਸੀਂ ਜਾ ਕੇ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਹਾਂ, ਲੋਕਾਂ ਦੇ ਦੁੱਖ ਵੀ ਦੂਰ ਕਰਦੇ ਹਾਂ। ਤੇ ਜੋ ਸਾਡੇ ਕੋਲ ਸੇਵਾ ਹੁੰਦੀ ਹੈ ਅਸੀਂ ਉਹ ਕਰਦੇ ਹਾਂ। ਜੀ। ਜਿਸ ਤਰ੍ਹਾਂ ਸਰ ਤੁਸੀਂ ਆਲ ਟ੍ਰੇਡ ਯੂਨੀਅਨ, ਜਿਹਦੇ ਵਿੱਚ ਆਲ ਟ੍ਰੇਡ ਦੇ ਵਿੱਚ ਦੁਰਾਹਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਆ ਗਈਆਂ ਤਕਰੀਬਨ। ਠੀਕ ਹੈ ਜੀ। ਇਸ ਆਲ ਟ੍ਰੇਡ ਯੂਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਦੁਕਾਨਦਾਰਾਂ ਲਈ ਖਾਸ ਵਿਸ਼ੇਸ਼ ਕੀ ਪ੍ਰੋਗਰਾਮ ਲੈ ਕੇ ਆ ਰਹੇ ਹੋ? ਸਭ ਤੋਂ ਪਹਿਲਾਂ ਤਾਂ ਦੇਖੋ ਜੀ, ਮੈਂ ਇਹਨਾਂ ਨੂੰ ਕਿਹਾ ਸੀਗਾ ਬਈ ਆਪਾਂ ਚੀਜ਼ ਸ਼ੁੱਧ ਵੇਚਣੀ ਹੈ। ਚੀਜ਼ ਜੀ। ਕੋਈ ਚੀਜ਼ ਮਿਲਾਵਟ ਵਾਲੀ ਵੇਚਣੀ। ਔਰ ਇਹ ਰਿਐਲਿਟੀ ਹੈ ਕਿ ਸਾਡੇ ਦਰਾਹੇ ਦੇ ਵਿੱਚ ਤੁਹਾਨੂੰ ਕਿਸੇ ਦੁਕਾਨ ਦੇ ਵਿੱਚ ਚਲੇ ਜਾਓ, ਕਦੇ ਵੀ ਤੁਹਾਨੂੰ ਕੋਈ ਮਾਲ ਐਸਾ ਨਹੀਂ ਮਿਲੂਗਾ ਜਿਹਦੀ ਕੋਈ ਮਿਲਾਵਟ ਹੋਵੇ ਜਾਂ ਕੋਈ ਕਿਸੇ ਨੇ ਡੁਪਲੀਕੇਟ ਚੀਜ਼ ਵੇਚਦਾ ਹੋਵੇ। ਨਾ, ਅਸਲੀ ਚੀਜ਼ ਸਾਡੇ ਦਰਾਹੇ 'ਚ ਮਿਲੂ ਤੁਹਾਨੂੰ ਹਰ ਦੁਕਾਨ ਤੋਂ। ਕਿਉਂਕਿ ਅਸੀਂ ਹਰ ਮਹੀਨੇ ਇੱਕ ਮੀਟਿੰਗ ਕਰਦੇ ਹਾਂ, ਉਹਦੇ 'ਚ ਫੈਸਲਾ ਕਰਦੇ ਹਾਂ ਵੀ ਅਸੀਂ ਕੋਈ ਵੀ ਗਲਤ ਕੰਮ ਨਹੀਂ ਐਸਾ ਕਰਨਾ ਜਿਹਦੇ ਵਿੱਚ ਸਾਡੀ ਦੁਕਾਨਦਾਰੀ ਦਾ ਨਾਮ ਬਦਨਾਮ ਹੋਵੇ। ਦੂਸਰੀ ਗੱਲ, ਸਰਕਾਰ ਨੇ ਲਿਫਾਫਿਆਂ ਬੰਦੀ ਗੱਲ ਕੀਤੀ ਹੈ। ਜੀ। ਸੋ ਮੈਂ ਤਕਰੀਬਨ ਸਾਰੇ ਦੁਕਾਨਦਾਰਾਂ ਨੂੰ ਇਹ ਬੇਨਤੀ ਕਰਦਾ ਤੁਹਾਡੇ ਜ਼ਰੀਏ, ਤੁਹਾਡੇ ਚੈਨਲ ਦੇ ਜ਼ਰੀਏ, ਭਾਈ ਦੇਖੋ ਲਿਫਾਫੇ ਤਾਂ ਬੰਦ ਹੋ ਗਏ, ਸਰਕਾਰ ਨੇ ਕੀਤਾ, ਚੰਗੀ ਗੱਲ ਹੈ ਇਹ। ਕਿਉਂਕਿ ਇਹ ਲਿਫਾਫੇ ਅਸੀਂ ਹੁਣ ਮਜਬੂਰੀ ਸਮਝਦੇ ਹਾਂ ਵੀ ਇਹ ਬੰਦ ਕਰੇ ਤਾਂ ਸਾਨੂੰ ਤਕਲੀਫ ਹੋਊਗੀ, ਲੋਕਾਂ ਨੂੰ ਤਕਲੀਫ ਹੋਊਗੀ। ਲੇਕਿਨ ਇਹ ਲਿਫਾਫੇ ਤੋਂ ਬਿਮਾਰੀ ਕਿੰਨੀ ਫੈਲਦੀ ਹੈ। ਅਸੀਂ ਲਿਫਾਫਾ ਦਿੰਦੇ ਹਾਂ ਪਲਾਸਟਿਕ ਦਾ, ਗਾਹਕ ਘਰ ਲੈ ਜਾਂਦਾ, ਉਹ ਕੂੜੇ 'ਤੇ ਸਿੱਟ ਦਿੰਦਾ। ਡੰਗਰ ਖਾਂਦੇ ਨੇ, ਉਹ ਬਿਮਾਰ ਹੁੰਦੇ ਨੇ। ਉੱਥੇ ਮੱਖੀ ਮੱਛਰ ਆਉਂਦੀ ਹੈ, ਬੱਚੇ ਖਾਂਦੇ ਨੇ, ਬਿਮਾਰ ਹੁੰਦੇ ਨੇ। ਯਾਨੀ ਇੱਕ ਲਿਫਾਫੇ ਦੇ ਨਾਲ ਕਈ ਘਰ ਖਰਾਬ ਹੁੰਦੇ ਨੇ। ਲਿਫਾਫਾ ਗਲਦਾ ਨਹੀਂ ਹੈ, ਸਰਕਾਰ ਨੂੰ ਬੜੀ ਮਜਬੂਰੀ ਹੈ। ਪਰ ਅਸੀਂ ਸਰਕਾਰ ਤੋਂ ਇਹ ਮੰਗ ਵੀ ਰੱਖੀ ਹੈ, ਇੱਕ ਮੈਂ ਪਿੱਛੇ ਅਖਬਾਰਾਂ 'ਚ ਵੀ ਆਇਆ ਸਾਰਿਆਂ 'ਚ, ਮੈਂ ਪੜ੍ਹਿਆ ਗੱਲ ਪਰਸੋਂ ਵੀ ਉਹ ਸਾਨੂੰ ਇਹਦਾ ਕੋਈ ਹੱਲ ਜ਼ਰੂਰ ਦੱਸੋ ਵੀ ਅਸੀਂ ਉਹ ਲੋਕਾਂ ਨੂੰ ਕਹਿਣ ਲੱਗੇ ਵੀ ਆਪਣੇ ਵਿੱਚ ਝੋਲੇ ਲਿਆਓ। ਜੀ। ਸਰਕਾਰ ਨੇ ਤਾਂ ਕਿੰਨੀ ਦੇਰ ਤੱਕ ਤੁਸੀਂ ਇਹ ਝੋਲੇ ਕਹਿਣ ਦਾ ਮਤਲਬ? ਅਸੀਂ ਇੱਕ ਮਹੀਨੇ ਦੇ ਅੰਦਰ ਜੀ ਇਹ ਬੰਦ ਕਰ ਦਾਂਗੇ, ਟੋਟਲ ਬਿਲਕੁਲ ਬੰਦ ਕਰ ਦਿਆਂਗੇ। ਬੰਦ ਤਾਂ ਕਰਦੇ ਵੈਸੇ ਲੋਕਾਂ ਨੇ ਕਾਫੀ, ਫਿਰ ਵੀ ਅਸੀਂ ਲੋਕਾਂ ਨੂੰ ਉਤਸ਼ਾਹ ਕਰਨ ਲੱਗੇ ਵੀ ਭਾਈ ਆਪਣੇ ਘਰੋਂ ਝੋਲੇ ਲਿਆਓ, ਲਿਫਾਫਾ ਤੁਹਾਨੂੰ ਨਹੀਂ ਮਿਲਣਾ। ਫਿਰ ਵੀ ਸਰਕਾਰ ਨੇ ਇੱਕ ਕਿਸਮ ਦਾ ਲਿਫਾਫਾ ਚਲਾਇਆ ਹੈ ਜਿਹੜਾ ਥੋੜ੍ਹਾ ਕਾਸਟਲੀ ਹੈ। ਅਸੀਂ ਉਹ ਦੁਕਾਨਾਂ 'ਤੇ ਲਿਆ ਕੇ ਰੱਖ ਰਹੇ ਹਾਂ, ਉਹਦੇ ਥੋੜ੍ਹਾ ਥੋੜ੍ਹਾ ਮਾਲ ਪਾ ਕੇ ਲੋਕਾਂ ਨੂੰ ਝੋਲੇ ਪਾ ਕੇ ਦਿਆ ਕਰਾਂਗੇ, ਤਾਂ ਜੋ ਜਿਹੜਾ ਕੋੜ ਹੈ ਪਲਾਸਟਿਕ ਦਾ ਇਹ ਕੱਟਿਆ ਜਾਵੇ। ਤੁਹਾਨੂੰ ਲੱਗਦਾ ਵੀ ਦਰਾਹੇ ਸ਼ਹਿਰ ਦੇ ਵਿੱਚੋਂ ਇਹ ਕੋਡ ਚੁੱਕਿਆ? ਬਿਲਕੁਲ ਚੁੱਕਿਆ ਜਾਊਗਾ, ਗਰੰਟੀ ਹੈ ਜੀ। ਬਿਲਕੁਲ ਨਾ ਪੋਲੀਥੀਨ ਵਿਕਣ ਦਿਆਂਗੇ ਅਸੀਂ, ਕਿਉਂਕਿ ਸਾਡੀ ਜ਼ਿੰਮੇਵਾਰੀ ਬਣ ਜਾਣੀ ਹੈ। ਜੀ। ਪਹਿਲਾਂ ਅਸੀਂ ਆਪ ਖੁਦ ਬੰਦ ਕਰਾਂਗੇ, ਫਿਰ ਅਸੀਂ ਲੋਕਾਂ ਨੂੰ ਉਤਸ਼ਾਹਿਤ ਕਰਾਂਗੇ ਤੇ ਲੋਕਾਂ ਨੂੰ ਅਸੀਂ ਬੰਦ ਕਰਾਵਾਂਗੇ। ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਫਿਰ। ਜੀ।
ਸੋ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ, ਕਈ ਬੰਦਿਆਂ ਨੂੰ ਨਹੀਂ ਪਤਾ ਵੀ ਲਿਫਾਫੇ ਕਿਉਂ ਬੰਦ ਹੋ ਰਹੇ ਨੇ, ਲਿਫਾਫੇ ਬੰਦ ਕਰਨ ਦਾ ਮੇਨ ਕਾਰਨ ਕੀ ਆ ਔਰ ਲਿਫਾਫੇ ਦੇ ਨੁਕਸਾਨ ਕੀ ਕੀ ਨੇ, ਇਹਦੇ ਬਾਰੇ ਥੋੜਾ ਜਿਹਾ ਸਾਡੀ ਜਨਤਾ ਨੂੰ ਦੱਸਣਾ ਚਾਹੋਗੇ? ਬਿਲਕੁਲ ਜੀ ਬਿਲਕੁਲ। ਸਭ ਤੋਂ ਪਹਿਲਾਂ ਜਿਹੜਾ ਲਿਫਾਫਾ ਹੈ, ਜਦੋਂ ਆਪਾਂ ਕੂੜੇ 'ਚ ਸਿੱਟ ਦਿੰਦੇ ਹਾਂ, ਤੀਵੀਆਂ ਜਦੋਂ ਘਰੋਂ ਖਾਲੀ ਲਿਫਾਫਾ ਕਰਦੀਆਂ ਨੇ ਜੀ, ਉਹ ਕੀ ਕਹਿੰਦੇ ਕੂੜੇ ਸਿੱਟ ਦਿੰਦੀਆਂ ਨੇ, ਕੂੜਾ ਜਾ ਕੇ ਬਾਹਰ ਖਿਲਰ ਜਾਂਦਾ। ਉਹ ਜਦੋਂ ਕੂੜਾ ਖਿਲਰਦਾ, ਉਹ ਜਿਹੜੇ ਨਾਲ ਨਾਲੀਆਂ ਨੇ, ਡੰਪ ਨੇ ਬੜੇ, ਉਹਨਾਂ ਨੂੰ ਜਾ ਡਿੱਗਦਾ, ਉਹ ਸਾਰਾ ਰਸਤਾ ਬਲੌਕ ਹੋ ਜਾਂਦਾ, ਪਾਣੀ ਉੱਥੇ ਭਰ ਜਾਂਦਾ, ਖੜਾ ਹੋ ਜਾਂਦਾ, ਉਹਦੇ ਨਾਲ ਮੱਛਰ ਆਉਂਦਾ, ਫਿਰ ਬਿਮਾਰੀਆਂ ਪੈਦਾ ਹੁੰਦੀਆਂ ਨੇ, ਕਿਉਂਕਿ ਲਿਫਾਫਾ ਗਲਦਾ ਨਹੀਂ ਇਹ। ਸੋ ਇਹ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਵੀ ਲਿਫਾਫੇ ਬੰਦ ਕਰਨ, ਪਰ ਇਹਦਾ ਇੱਕ ਨਾਲ ਹੱਲ ਜ਼ਰੂਰ ਦੱਸਿਆ ਜਾਵੇ, ਨਾਲ ਲੋਕਾਂ ਨੂੰ ਥੋੜ੍ਹੀ ਜਿਹੀ ਲੋਕਾਂ ਨੂੰ ਸਿੱਖਿਆ ਦਿੱਤੀ ਜਾਵੇ ਵੀ ਇੱਦਾਂ ਦਾ ਕਰਕੇ ਇਹਦੇ ਬਦਲ ਆਹ ਹੱਲ ਇਹਦੇ ਕਰੋ। ਸੋ ਸਰ, ਇਹ ਤਾਂ ਇੱਕ ਮੈਸੇਜ ਦਿੱਤਾ ਤੁਸੀਂ ਸਾਡੇ ਸਮਾਜ ਨੂੰ ਕਿ ਲਿਫਾਫੇ ਜਿਹੜੇ ਨੇ ਕਾਫੀ ਨੁਕਸਾਨਦੇਹ ਨੇ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਾਲੀ ਦੇ ਵਿੱਚ ਗਿਰ ਜਾਵੇ ਤਾਂ ਪਾਣੀ ਜਾਮ ਹੋ ਜਾਂਦਾ, ਪਾਣੀ ਜਾਮ ਹੋਣ ਦੇ ਨਾਲ ਮੱਛਰ ਦੇ ਨਾਲ ਆਪਾਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਨੇ। ਸੋ ਇਸ ਚੀਜ਼ ਤੇ ਅਮਲ ਜ਼ਰੂਰ ਸਾਡੇ ਨੌਜਵਾਨ ਵੀਰਾਂ ਨੂੰ, ਸਾਡੇ ਸਮਾਜ ਨੂੰ ਕਰਨਾ ਚਾਹੀਦਾ। ਸੋ ਸਰ, ਇਹਦੇ ਨਾਲ ਤੁਸੀਂ ਸਾਡੇ ਇਸ ਸਮਾਜ ਦੇ ਵਿੱਚ ਇੱਕ ਜਿੱਦਾਂ ਆਪਾਂ ਦੇਖਿਆ ਕਿ ਸਾਡਾ ਪੰਜਾਬ 5 ਦਰਿਆਵਾਂ ਦੀ ਧਰਤੀ, ਇੱਕ 6ਵਾਂ ਦਰਿਆ ਨਸ਼ਿਆਂ ਦਾ ਲੱਗਿਆ ਹੋਇਆ, ਸਾਡੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਿਹਾ। ਇਹਦੇ ਵਿੱਚ ਤੁਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ? ਸਰਕਾਰਾਂ ਦਾ ਉਪਰਾਲਾ ਆਪਣੇ ਅਹੁਦਿਆਂ ਤੇ ਕਰ ਹੀ ਰਹੀ ਨੇ, ਹਰ ਇੱਕ ਬੰਦਾ ਕਰ ਰਿਹਾ, ਤੇ ਕੀ ਮੈਸੇਜ ਦੇਣਾ ਚਾਹੋਗੇ? ਨਾਲੇ ਮੈਨੂੰ ਇਹ ਦੱਸਿਓ ਕਿ ਇਹਦੇ ਵਿੱਚ ਤੁਸੀਂ ਜ਼ਿੰਮੇਵਾਰ ਕਿਸ ਨੂੰ ਠਹਿਰਾ ਰਹੇ ਹੋ? ਦੇਖੋ ਜੀ, ਸਪਸ਼ਟ ਗੱਲ ਹੈ ਵੀ ਪਹਿਲਾਂ 10 ਸਾਲ ਜਿਹੜਾ ਨਸ਼ਾ ਸੀਗਾ ਚੱਲਦਾ ਰਿਹਾ ਪੰਜਾਬ, ਲੇਕਿਨ ਹੁਣ ਨਸ਼ੇ ਦੀ ਤਾਤ ਬਹੁਤ ਜ਼ਿਆਦਾ ਹੋ ਗਈ ਹੈ। ਔਰ ਅਸੀਂ ਮੀਟਿੰਗਾਂ, ਸਾਡੇ ਕੋਲ ਪੁਲਿਸ ਵਾਲੇ ਆਉਂਦੇ ਨੇ, SDM ਸਾਹਿਬ ਵੀ ਆਉਂਦੇ ਨੇ, ਡੀ ਸਾਹਿਬ ਦੇ ਵੀ। ਦੇਖੋ, ਨਸ਼ਾ ਜਿਹੜਾ ਹੈ ਨਾ ਜੀ, ਇਹ ਇੱਕ ਕੋਡ ਹੈ, ਕਾਫੀ ਚਿਰ ਤੋਂ ਨਸ਼ਾ ਜੋ ਹੈ ਚੱਲਦਾ ਰਿਹਾ ਪੰਜਾਬ ਵਿੱਚ, ਅਸੀਂ ਇਹ ਮੁੱਕਰ ਨਹੀਂ ਸਕਦੇ। ਪਰੰਤੂ ਹੁਣ ਜਿਹੜੀ ਇਸ ਟਾਈਮ ਹਾਲਤ ਪੈਦਾ ਹੋ ਰਹੀ ਹੈ, ਉਹ ਇੰਨਾ ਨਸ਼ਾ ਆ ਗਿਆ ਪੰਜਾਬ ਦੇ ਵਿੱਚ ਵੀ ਤੁਹਾਨੂੰ ਦੱਸ ਹੀ ਨਹੀਂ ਸਕਦੇ, ਕਿਉਂਕਿ ਸਾਡੀ ਹਰ ਮਹੀਨੇ ਪੁਲਿਸ ਪ੍ਰਸ਼ਾਸਨ ਨਾਲ, ਅਫਸਰ ਸਾਹਿਬਾਨ ਨਾਲ ਮੀਟਿੰਗ ਹੁੰਦੀ ਹੈ, ਉਹ ਸਾਨੂੰ ਬੁਲਾਉਂਦੇ ਦੇ ਵਿੱਚ, ਅਸੀਂ ਬੋਲਦੇ ਵੀ ਹਾਂ, ਅਖਬਾਰਾਂ 'ਚ ਖਬਰਾਂ ਵੀ ਲੱਗਦੀਆਂ ਨੇ ਇਹ, ਤੇ ਅਸੀਂ ਬੱਚਿਆਂ ਨੂੰ, ਲੋਕਾਂ ਨੂੰ ਇਹ ਸੰਦੇਸ਼ ਦਿਆਂਗੇ ਭਾਈ ਜਿਹੜਾ ਨਸ਼ਾ ਹੈ, ਦੇਖੋ ਸਰਕਾਰਾਂ ਨੇ ਕੋਸ਼ਿਸ਼ ਕਰਨੀ ਹਟਾਉਣ ਦੀ, ਲੇਕਿਨ ਜਦ ਤੱਕ ਅਸੀਂ ਆਪ ਤਕੜੇ ਨਹੀਂ ਹੋਵਾਂਗੇ, ਅਸੀਂ ਆਪਣੇ ਪਹਿਲਾਂ ਆਪ ਨੂੰ ਸਮਝਾਵਾਂਗੇ, ਜਦ ਤੱਕ ਇਹ ਕੋਡ ਜਿਹੜਾ ਉਹਦੇ ਲਈ ਜਾਣਾ। ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਬੜੀਆਂ ਬੇਨਤੀ ਕੀਤੀਆਂ ਨੇ, ਭਾਈ ਤੁਸੀਂ ਵੀ ਥੋੜ੍ਹੇ ਦੇਖੋ, ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਪੁਲਿਸ ਵਾਲੇ ਕਹਿੰਦੇ ਸਾਨੂੰ ਦੱਸੋ ਜੀ ਕਿਹੜਾ ਬੰਦਾ ਨਸ਼ਾ ਕਰਦਾ ਹੈ, ਅਸੀਂ ਦੱਸਦੇ ਵੀ ਹਾਂ, ਲੇਕਿਨ ਉੱਥੇ ਜਾ ਕੇ ਹੋ ਜਾਂਦਾ ਗੱਲ ਬਈ ਉੱਥੇ ਨੌਨ ਲੀਕ ਹੋ ਜਾਂਦਾ। ਇਹਦੇ 'ਚ ਸਾਰੇ ਉਹ ਨਸ਼ੇ ਵਾਲੇ ਜਾ ਕੇ ਸਾਡਾ ਲੜਦੇ ਲੋਕ ਆ ਕੇ, ਕਹਿੰਦੇ ਵੀ ਇਹ ਕੀ ਗੱਲ ਤੁਹਾਨੂੰ ਸਾਡਾ ਨੌਜਵਾਨ ਲਈਏ ਨੇ ਉੱਥੇ। ਤੋ ਥੋੜ੍ਹਾ ਜਿਹਾ ਪੁਲਿਸ ਨੂੰ ਵੀ ਹੋਣਾ ਪੈਣਾ ਸਤਰਕ, ਪੁਲਿਸ ਨੂੰ ਚੁਕੰਨਾ ਹੋਣਾ ਪੈਣਾ, ਔਰ ਇਹਦੇ ਨਾਲ ਸਾਡੇ ਸਮਾਜ ਨੂੰ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ। ਬਿਲਕੁਲ ਜੀ ਬਿਲਕੁਲ, ਹੋਣੀ ਪੈਣਾ। ਇੱਕ ਘਰ ਦੇ ਵਿੱਚ ਤਾਂ ਇਹ ਨਸ਼ਾ ਖਤਮ ਹੋਣਾ ਜੀ, ਜੇ ਇਹ ਪੁਲਿਸ ਵਾਲੇ ਸਮਝਣ ਬਈ ਜੇ ਕਿਸੇ ਦਾ ਬੱਚਾ ਨਸ਼ਾ ਕਰਦਾ, ਕੱਲ੍ਹ ਨੂੰ ਮੇਰਾ ਬੱਚਾ ਵੀ ਕਰੂਗਾ ਤੇ ਮੇਰੇ ਘਰ 'ਚ ਵੀ ਇਹ ਕੋਡ ਆਊਗਾ, ਇਸ ਵਾਸਤੇ ਤਾਂ ਇਹ ਕੋਡ ਜਿਹੜਾ ਨਸ਼ੇ ਦਾ ਕੋਡ ਹਟਣਾ ਜੀ, ਇਹ ਇੱਦਾਂ ਨਹੀਂ ਹਟ ਸਕਦਾ। ਸੋ ਦੋਸਤੋ, ਜ਼ਰੂਰਤ ਹੈ ਆਪਾਂ ਨੂੰ ਉਸੇ ਤਰ੍ਹਾਂ ਫਿਰ ਇਕੱਠੇ ਹੋਣ ਦੀ, ਜਿਸ ਤਰ੍ਹਾਂ ਕਿ ਆਪਾਂ ਨੇ ਆਪਣੇ ਹਿੰਦੁਸਤਾਨ ਦੇ ਵਿੱਚੋਂ ਗੋਰਿਆਂ ਨੂੰ ਭਜਾਇਆ ਸੀ। ਬਿਲਕੁਲ ਜੀ ਬਿਲਕੁਲ। ਇੱਕ ਇਰਾਦਾ ਸੀ, ਇੱਕ ਅਟੱਲ ਮਜ਼ਬੂਤ ਇਰਾਦੇ ਸੀ ਔਰ ਪੱਕੇ ਇਰਾਦੇ ਸੀ ਕਿ ਗੋਰਿਆਂ ਨੂੰ ਇੰਡੀਆ ਦੇ ਵਿੱਚੋਂ ਕੱਢਣਾ। ਉਦੋਂ ਆਪਾਂ ਸਾਰੇ ਇਕਜੁੱਟ ਹੋ ਕੇ ਇਕੱਠੇ ਹੋਏ ਸੀ। ਇਸੇ ਤਰ੍ਹਾਂ ਹੀ ਦੋਸਤੋ, ਇਹ ਜੋ ਨਸ਼ੇ ਦਾ 6ਵਾਂ ਦਰਿਆ ਆ, ਇਸ ਨੂੰ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਹਿੰਦੁਸਤਾਨ 'ਚੋਂ ਖਤਮ ਕਰਨਾ ਹੈ। ਕਿਸ ਤਰ੍ਹਾਂ ਹੋ ਸਕਦਾ ਹੈ? ਅਗਰ ਤੁਸੀਂ ਕਿਸੇ ਨੂੰ ਨਸ਼ਾ ਕਰਦੇ ਨੂੰ ਦੇਖ ਰਹੇ ਹੋ ਤਾਂ ਤੁਰੰਤ ਕਿਸੇ ਪੁਲਿਸ ਅਫਸਰ ਨੂੰ ਜਾਂ ਜ਼ਿੰਮੇਦਾਰ ਅਫਸਰ ਜਾਂ ਜ਼ਿੰਮੇਵਾਰ ਸਹਿਬਾਨ, ਜਿੱਦਾਂ ਸਾਡੇ ਕੋਲ ਜੱਗੀ ਸਾਹਿਬ ਬੈਠੇ ਨੇ, ਇਹ ਵੀ ਪ੍ਰਧਾਨ ਜੀ ਨੇ, ਤੁਸੀਂ ਇਹਨਾਂ ਨੂੰ ਆ ਕੇ ਦੱਸ ਸਕਦੇ ਹੋ। ਇਸੇ ਤਰ੍ਹਾਂ ਆਪਣੇ ਮਹੱਲਿਆਂ ਦੇ ਵਿੱਚ ਪ੍ਰਧਾਨ ਜੀ ਨੇ, ਕੋਈ ਵੀ ਜ਼ਿੰਮੇਵਾਰ ਬੰਦਾ, ਆਪਾਂ ਨੂੰ ਪਤਾ ਹੁੰਦਾ ਕਿ ਇਸ ਬੰਦੇ ਦੀ ਉੱਥੇ ਤੱਕ ਪਹੁੰਚ ਆ, ਤਾਂ ਜ਼ਰੂਰ ਉੱਥੇ ਤੱਕ ਇਹ ਗੱਲ ਪਹੁੰਚਾਓ। ਕੋਈ ਨਸ਼ਾ ਵੇਚ ਰਿਹਾ, ਕੋਈ ਨਸ਼ਾ ਕਰ ਰਿਹਾ, ਤਾਂ ਅਗਰ ਆਪਾਂ ਇਸੇ ਤਰ੍ਹਾਂ ਇਕੱਠੇ ਹੋ ਕੇ ਇਸ ਨਸ਼ੇ ਦੇ ਪਿੱਛੇ ਲੱਗਾਂਗੇ ਤਦ ਹੀ ਜੜੋਂ ਖਤਮ ਹੋ ਸਕਦਾ ਹੈ। ਮੈਂ ਤਾਂ ਇੱਥੇ ਤੱਕ ਕਹੂੰਗਾ ਜੀ ਵੀ ਇਹਨੂੰ ਇੱਕ ਜੰਗ ਸਮਝ ਕੇ ਲੜੋ ਜੀ, ਵੀ ਅਸੀਂ ਜੰਗ ਲੜ ਰਹੇ ਹਾਂ, ਵੀ ਜਿਵੇਂ ਪਾਕਿਸਤਾਨ ਭਾਰਤ ਦੀ ਜੰਗ ਲੜ ਰਹੇ ਨਾ, ਆਪਾਂ ਇਹਨੂੰ ਜੰਗ ਲੜ ਕੇ ਸਮਝ ਕੇ ਲੜਾਂਗੇ, ਤਾਂ ਇਹ ਜਾ ਕੇ ਕਿਤੇ ਮਸਲਾ ਹੱਲ ਹੋਣਾ ਹੈ। ਸੋ ਇਸ ਦੇ ਵਿੱਚ ਜ਼ਿਆਦਾ ਤੁਸੀਂ ਜ਼ਿੰਮੇਵਾਰ ਮਾਂ-ਬਾਪ ਨੂੰ ਠਹਿਰਾ ਰਹੇ ਹੋ, ਜਿਹੜੇ ਕਿ ਬੱਚਿਆਂ ਨੂੰ ਆਪਣੀ ਪੌਕਟ ਮਨੀ ਦਾ ਖੁੱਲ੍ਹਾ ਖਰਚਾ ਤਾਂ ਦੇ ਦਿੰਦੇ ਨੇ, ਪਰ ਉਹਨਾਂ ਲਈ ਟਾਈਮ ਨਹੀਂ ਕੱਢ ਰਹੇ। ਮੇਰਾ ਕਹਿਣ ਦਾ ਮਤਲਬ ਆ ਕਿ ਆਪਾਂ ਕਈ ਵਾਰ ਹੁੰਦਾ ਆ, ਬੱਚਾ ਆਪਣਾ ਹੋਸਟਲ 'ਚ ਪੜ੍ਹ ਰਿਹਾ, ਉੱਥੇ ਤੱਕ ਅਸੀਂ ਜਾਂਦੇ ਨਹੀਂ, ਕਿਉਂਕਿ ਆਪਾਂ ਕੰਮ ਦੇ ਵਿੱਚ ਹੀ ਇੰਨੇ ਬਿਜ਼ੀ ਆ। ਠੀਕ ਹੈ ਜੀ। ਤੇ ਇਹਦੇ ਵਿੱਚ ਪੈਸਾ ਭੇਜੀ ਜਾਂਦੇ ਆ, ਕਦੇ ਹਿਸਾਬ ਨਹੀਂ ਮੰਗਦੇ। ਕੀ ਕਹਿਣਾ ਚਾਹੋਗੇ ਇਹੋ ਜਿਹੇ ਮਾਂ-ਬਾਪ ਨੂੰ? ਇੱਥੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਜੀ, ਇੱਕ ਜਿਹੜਾ ਸਾਡੇ ਨੇ ਮੋਬਾਈਲ ਆਵੜਿਆ ਸਾਡੇ 'ਚ, ਇਹ ਵੀ ਬਿਮਾਰੀ ਹੈ ਇੱਕ ਜੀ। ਮਾਂ ਪਿਓ ਨੂੰ ਪਤਾ ਨਹੀਂ ਹੁੰਦਾ ਵੀ ਮੇਰਾ ਬੱਚਾ ਅੰਦਰ ਬੈਠਾ ਮੋਬਾਈਲ ਦੇਖ ਰਿਹਾ, ਕੀ ਕਰ ਰਿਹਾ ਜੀ। ਉਹ ਉੱਪਰ ਚੜ ਜਾਂਦਾ, ਪਾਪਾ ਮੈਂ ਮੋਬਾਈਲ ਦੇਖ ਰਿਹਾ, ਐਕਚੁਅਲੀ ਉਹ ਨਸ਼ਾ ਕਰਦਾ ਹੁੰਦਾ।
ਸਾਨੂੰ ਮਾਂ-ਬਾਪ ਨੂੰ ਪਤਾ ਨਹੀਂ ਲੱਗਦਾ ਹੈਗਾ, ਮਾਂ ਕਹਿੰਦਾ ਮੇਰਾ ਬੱਚਾ ਪੜ੍ਹ ਰਿਹਾ ਹੈ। ਇਹ ਵੀ ਬਿਮਾਰੀ ਹੈ। ਸੋ ਮੈਂ ਬੱਚਿਆਂ ਨੂੰ ਮਾਂ-ਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ, ਆਪਣੇ ਬੱਚਿਆਂ ਨੂੰ ਮੋਬਾਈਲ ਵੀ ਨਾ ਲੈ ਕੇ ਦਿਓ। ਤੋ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਜਿੱਦਾਂ ਜੱਗੀ ਸਾਹਿਬ ਨੇ ਦੱਸਿਆ ਕਿ ਆਪਾਂ ਨੂੰ ਇਕਜੁੱਟ ਹੋ ਕੇ ਹਮਲਾ ਮਾਰਨ ਦੀ ਜ਼ਰੂਰਤ ਹੈ। ਨਸ਼ਾ ਜੜੋਂ ਖਤਮ ਹੋ ਸਕਦਾ ਹੈ। ਸੋ ਨੌਜਵਾਨ ਵੀਰਾਂ ਨੂੰ ਬੇਨਤੀ ਕਿ ਨਸ਼ਾ ਕਰੋ ਦੇਸ਼ ਦੀ ਸੇਵਾ ਦਾ, ਨਸ਼ਾ ਕਰੋ ਆਪਣੇ ਮਾਂ-ਬਾਪ ਦੀ ਸੇਵਾ ਦਾ, ਨਸ਼ਾ ਕਰੋ ਪੜ੍ਹਾਈ ਦਾ, ਜਿਸ ਦੇ ਨਾਲ ਤੁਸੀਂ ਤਰੱਕੀ ਹਾਸਲ ਕਰਨੀ ਆ। ਅਗਰ ਕੋਈ ਅੱਛਾ ਬਿਜ਼ਨਸ ਕਰ ਰਹੇ ਹੋ ਉਸ ਦਾ ਨਸ਼ਾ ਕਰੋ, ਬਿਜ਼ਨਸ ਵੱਲ ਧਿਆਨ ਦਿਓ, ਤਦੇ ਹੀ ਆਪਾਂ ਕਾਮਯਾਬੀ ਹਾਸਲ ਕਰ ਸਕਦੇ ਹਾਂ। ਸੋ ਇੰਨਾ ਕੁਝ ਕਹਿੰਦੇ ਹੋਏ ਅਗਲੇ ਹਫ਼ਤੇ ਫਿਰ ਤੁਹਾਡੀ ਮੁਲਾਕਾਤ ਕਰਾਵਾਂਗੇ ਜੱਗੀ ਸਾਹਿਬ ਦੇ ਨਾਲ। ਸੋ ਜੱਗੀ ਸਾਹਿਬ, ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਉਸ ਸਮਾਜ ਨੂੰ ਸੁਨੇਹਾ ਦੇਣਾ ਚਾਹੋਗੇ ਜਿਹੜੇ ਕੁੱਖ 'ਚ ਬੇਟੀਆਂ ਕਤਲ ਕਰਵਾ ਰਹੇ ਨੇ? ਇਹ ਬਹੁਤ ਹੀ ਤੁਸੀਂ ਵਧੀਆ ਸਵਾਲ ਕੀਤਾ, ਕਿਉਂਕਿ ਇੱਕ ਮੁੰਡਾ ਹੈ ਸਾਡੇ ਕੋਲ ਤਾਂ ਉਹ ਇੱਕ ਥਾਂ 'ਤੇ ਹੀ ਹੈ। ਅਗਰ ਕਿਸੇ ਘਰ 'ਚ ਪੈਦਾ ਹੁੰਦੀ ਹੈ ਤਾਂ ਉਹ 7 ਪੀੜ੍ਹੀਆਂ ਤੱਕ ਸੇਵਾ ਜਾਂਦੀ ਹੈ ਜੀ। ਇੱਕ ਬੱਚੀ ਵੱਡੀ ਹੋਏਗੀ, ਪੜ੍ਹੇਗੀ, ਉਹ ਅੱਗੇ ਜਾਏਗੀ, ਉਹਦਾ ਵਿਆਹ ਕਰਾਂਗੇ, ਉੱਥੇ ਜਾ ਕੇ ਸਮਾਜ ਨੂੰ ਸੁਧਾਰੇਗੀ। ਉਹ ਅੱਗੇ ਉਹਦੇ ਬੱਚੇ ਹੋਣਗੇ, ਉਹ ਅੱਗੇ ਜਾ 7 ਪੀੜ੍ਹੀਆਂ ਤੱਕ ਸੁਧਾਰ ਆਏਗਾ ਇੱਕ ਬੱਚੇ ਦੇ ਨਾਲ ਜੀ। ਸੋ ਧੀ ਨੂੰ, ਬੱਚੀ ਨੂੰ ਜ਼ਰੂਰ ਆਉਣ ਦਿਓ ਤਾਂ ਜੋ ਉਹ ਵੀ ਨਵੇਂ ਸਮਾਜ ਨੂੰ ਦੇਖੇ, ਔਰ ਆਪਣਾ ਜਿਹੜਾ ਸਮਾਜ ਦੇ ਵਿੱਚ ਬੱਚੀ ਦਾ, ਲੜਕੀ ਦਾ ਜੋ ਯੋਗਦਾਨ ਹੈ ਉਹ ਮੈਂ ਸਮਝਦਾ ਕਿ ਹੋਊਗਾ। ਸੋ ਦੋਸਤੋ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਜਿੱਦਾਂ ਬਾਣੀ ਵਿੱਚ ਵੀ ਲਿਖਿਆ, ਸੋ ਕਿਉਂ ਮੰਦਾ ਆਖੀਏ ਜਿੱਤ ਜ਼ਮੇ ਰਜ਼ਾਨ, ਆਪਣਾ ਕੋਈ ਹੱਕ ਨਹੀਂ ਬਣਦਾ ਕੁਦਰਤ ਦੇ ਨਿਯਮਾਂ ਨਾਲ ਛੇੜਛੜੀਆਂ ਕਰਨਾ। ਦੋਸਤੋ, ਅਗਰ ਆਪਾਂ ਕੁਦਰਤ ਦੇ ਨਿਯਮਾਂ ਨਾਲ ਛੇੜਛੜੀਆਂ ਕਰਾਂਗੇ ਤਾਂ ਆਉਣ ਵਾਲਾ ਸਮਾਂ ਆਪਣੇ ਲਈ ਬਹੁਤ ਹੀ ਖਤਰਨਾਕ ਹੋਵੇਗਾ। ਜਰਾ ਸੋਚੋ, ਅੱਜ ਆਪਾਂ ਕੁੱਖ ਵਿੱਚ ਬੇਟੀਆਂ ਕਤਲ ਕਰਾਵਾਂਗੇ, ਕੱਲ੍ਹ ਨੂੰ ਨੋਹਾਂ ਕਿੱਥੋਂ ਲੈ ਕੇ ਆਵਾਂਗੇ? ਮਾਸੀਆਂ, ਭੂਆ, ਸਾਰੇ ਹੀ ਰਿਸ਼ਤੇ ਆਪਾਂ ਖਤਮ ਕਰਦੇ ਜਾ ਰਹੇ ਹਾਂ ਇੱਕ ਬੇਟੀ ਦੀ ਹੱਤਿਆ ਕਰਨ ਵਾਸਤੇ। ਸੋ ਦੋਸਤੋ, ਬੇਟੀ ਦੀ ਹੱਤਿਆ ਨਾ ਕਰੋ। ਇਸ ਲਈ ਤੁਸੀਂ ਜ਼ਿਆਦਾ ਹੋਰ ਕਿਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ? ਸੱਸ, ਸਹੁਰੇ ਜਾਂ ਗਰੀਬੀ? ਦੇਖੋ, ਦਰਜਾ ਬਦਰਜਾ ਸਾਰੇ ਜ਼ਿੰਮੇਵਾਰ ਨੇ, ਇਹਦੇ ਇੱਕ ਬੰਦਾ ਕੋਈ ਜ਼ਿੰਮੇਵਾਰ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਈਡ 'ਤੇ ਕਰਕੇ ਜੋ ਪ੍ਰਮਾਤਮਾ ਨੇ ਇੱਕ ਜੀ ਦੇਣਾ ਹੈ ਉਸ ਨੂੰ ਆਉਣ ਦਿਓ। ਬਿਲਕੁਲ ਆਉਣ ਦਿਓ। ਸੋ ਦੋਸਤੋ, ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਇਸ ਪ੍ਰੋਗਰਾਮ ਦੇ ਵਿੱਚ ਸਾਡਾ ਅੱਜ ਦਾ ਮੈਸੇਜ ਇਹੀ ਹੋਵੇਗਾ। ਸੋ ਰੁੱਖ ਲਗਾਓ, ਕੁੱਖ ਬਚਾਓ, ਧੀਆਂ ਦਾ ਸਤਿਕਾਰ ਕਰੋ। ਸੋ ਜੱਗੀ ਸਾਹਿਬ, ਤੁਹਾਡਾ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਤੇ ਇੰਨੀ ਕਿਰਪਾ ਕਰੀ ਹੈ, ਸਾਨੂੰ ਆ ਕੇ ਇੰਨਾ ਮਾਣ ਦਿੱਤਾ। ਸੋ ਬਹੁਤ ਬਹੁਤ ਕੋਈ ਫਿਰ ਚੈਨਲ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਓਕੇ ਜੀ ਦੋਸਤੋ, ਅੱਜ ਮੈਂ ਤੁਹਾਨੂੰ ਇਸ ਚੈਨਲ ਰਾਹੀਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸ਼ਹਿਰ ਨੂੰ ਆਪਾਂ ਸਾਫ਼ ਸੁਥਰਾ ਕਿਵੇਂ ਰੱਖਣਾ। ਆਪਣਾ ਸਭ ਦਾ ਫਰਜ਼ ਬਣਦਾ ਹੈ ਵੀ ਜਿੰਨੇ ਆਪਾਂ ਘਰਾਂ ਵਿੱਚ ਕੂੜਾ ਕਰਕਟ ਇਕੱਠਾ ਕਰਦੇ ਹਾਂ, ਘਰਾਂ ਦੇ ਵਿੱਚ ਡਸਟਬਿਨ ਲਾਈਏ, ਔਰ ਉਹਨੂੰ ਜਾ ਕੇ ਇੱਕ ਜਗ੍ਹਾ ਜਿੱਥੇ ਸੰਸਥਾਨ ਬਣਿਆ ਕੋਈ ਸਰਕਾਰ ਵੱਲੋਂ, ਨਗਰ ਕੌਂਸਲ ਵੱਲੋਂ, ਉੱਥੇ ਜਾ ਕੇ ਆਪਾਂ ਉਸ ਕੂੜੇ ਨੂੰ ਸੁੱਟੀਏ ਜਾ ਕੇ, ਤਾਂ ਜੋ ਉਹ ਕੂੜਾ ਹੋਰ ਕਿਤੇ ਖਿੰਡੇ ਨਾ ਅਤੇ ਕੂੜਾ ਆਪਣਾ ਸਾਰਾ ਸ਼ਹਿਰ ਸਾਫ਼ ਸੁਥਰਾ ਰਹੇ। ਔਰ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੀਆਂ ਸੜਕਾਂ ਟੁੱਟੀਆਂ ਨੇ, ਛੋਟੇ ਛੋਟੇ ਕੰਮ ਨੇ, ਕਈ ਵਾਰੀ ਨਗਰ ਕੌਂਸਲ ਤੇ ਅੱਜ ਨਹੀਂ ਆਉਂਦਾ, ਆਪਾਂ ਖੁਦ ਕੋਸ਼ਿਸ਼ ਕਰੀਏ ਵੀ ਜਿਹੜੇ ਛੋਟੇ ਛੋਟੇ ਟੋਏ ਨੇ ਉਹਨੂੰ ਭਰਨ ਦਾ ਆਪਾਂ ਆਪ ਮੁਹੱਈਆ ਕਰੀਏ। ਆਪਾਂ ਨੇ ਸੰਸਥਾਵਾਂ ਬਣੀਆਂ ਨੇ, ਅਸੀਂ ਕੋਸ਼ਿਸ਼ ਕਰੀਏ ਵੀ ਜਿਹੜੇ ਨਿੱਕੇ ਨਿੱਕੇ ਕੰਮ ਨੇ ਉਹ ਆਪ ਹੀ ਕਰ ਲਿਆ ਕਰੀਏ, ਬਜਾਏ ਕਿ ਜਾ ਕੇ ਨਗਰ ਕੌਂਸਲ ਵਾਲਿਆਂ ਨੂੰ ਤੰਗ ਕਰਨ ਦੇ ਜਾਂ ਉਹਨਾਂ ਨੂੰ ਦਰਖਾਸਤਾਂ ਦੇਣ ਦੇ। ਕਈ ਵਾਰ ਉਹਨਾਂ ਕੋਲ ਨਹੀਂ ਟਾਈਮ ਹੁੰਦਾ। ਸੋ ਇਹ ਨਿੱਕੇ ਨਿੱਕੇ ਕੰਮ ਆਪਾਂ ਨੂੰ ਆਪ ਹੀ ਕਰ ਲੈਣੇ ਚਾਹੀਦੇ ਨੇ। ਜਦੋਂ ਆਪਾਂ ਆਪਣੇ ਘਰ ਦੀ ਸਫਾਈ ਰੱਖਾਂਗੇ, ਆਪਣੇ ਬਾਹਰ ਦੀ ਸਫਾਈ ਰੱਖਾਂਗੇ, ਤਾਂ ਆਪਣਾ ਸ਼ਹਿਰ ਬਿਲਕੁਲ ਸਾਫ਼ ਸੁਥਰਾ ਰਹੇਗਾ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਆਪਣੇ ਕਰਮਜੀਤ ਰਾਣਾ ਜੀ ਦਾ, ਜੋ ਸਾਡੇ ਸ਼ਹਿਰ ਦੇ ਵਾਸੀ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਇਹ ਮੁਹੱਈਆ ਕੀਤਾ ਹੋਇਆ। ਇੱਕ ਰੋਡ ਸ਼ੋਅ ਕਰ ਰਹੇ ਨੇ ਇਹ, ਜਿਹਦੇ ਵਿੱਚ ਮੈਂ ਦੁਰਾਹੇ ਬਾਰੇ ਦੱਸ ਦਿਆਂ ਕਿ ਸਾਡੇ ਧੰਨ ਭਾਗ ਨੇ ਜੋ ਸਾਡਾ ਸ਼ਹਿਰ ਇੱਕ ਇਹੋ ਜਿਹੀ ਜਗ੍ਹਾ 'ਤੇ ਵਸਿਆ ਹੈ ਜਿਹਨੂੰ ਨਾ ਵੀ ਦੋ ਰਾਹ ਹੈ। ਇਹਦੇ ਹਰ ਜਗ੍ਹਾ 'ਤੇ ਦੋ ਰਾਹ ਹੀ ਨੇ, ਸਭ ਪਾਸੇ ਦੋ ਰਾਹ ਨਿਕਲਦੇ ਨੇ। ਫਿਰ ਵੀ ਇੱਥੋਂ ਦੇਖੋ 10 ਕਿਲੋਮੀਟਰ 'ਤੇ ਰਾਣਾ ਸਾਹਿਬ, 7 ਕਿਲੋਮੀਟਰ 'ਤੇ ਗੁਰਦੁਆਰਾ ਕਟਾਣੀ ਸਾਹਿਬ, 3-4 ਕਿਲੋਮੀਟਰ 'ਤੇ ਗੁਰਦੁਆਰਾ ਮੰਜੀ ਸਾਹਿਬ, ਔਰ ਸਾਡੇ ਕੋਲ ਕਿਲ੍ਹਾ ਵੀ ਹੈ ਇੱਕ ਸ਼ੇਰਸ਼ਾਹ ਸੂਰੀ ਦਾ, ਜੋ ਪੁਰਾਣਾ ਵਸਿਆ ਕਿਲ੍ਹਾ, ਉਹ ਸਾਡੇ ਦਰਮਿਆਨ ਹੈ। ਔਰ ਸਾਡੇ ਨਾਲ ਸ਼ਹਿਰ 'ਚ ਨਦੀ ਨਹਿਰ ਵਸਦੀ ਹੈ, ਜਿਹਦੇ ਬਾਰੇ ਇੱਕ ਸੰਤ ਢੱਡਰੀਆਂ ਵਾਲੇ ਜੀ ਨੇ ਆਪਣੀ ਕਥਾ 'ਚ ਕਿਹਾ ਸੀਗਾ ਵੀ ਜੇ ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ ਦੇਖਣਾ ਤਾਂ ਦੁਰਾਹੇ ਚਲੇ ਜਾਓ। ਦੁਰਾਹੇ ਦੇ ਨਾਲ ਨਹਿਰ ਵਗਦੀ ਹੈ, ਨਹਿਰ ਨਾਲ ਤੁਰੀ ਜਾਓ, ਇੱਕ ਪਾਸੇ ਦਰਖਤ ਨੇ, ਇੱਕ ਪਾਸੇ ਸ਼ਹਿਰ ਹੈ, ਇੱਕ ਪਾਸੇ ਗੁਰਦੁਆਰਾ ਕਟਾਣਾ ਸਾਹਿਬ ਹੈ। ਕਿਆ ਖੂਬਸੂਰਤ ਸ਼ਹਿਰ ਹੈ। ਸ਼ਹਿਰ ਦੇ ਨਾਲ ਤੁਰੀ ਜਾਓ, ਨਹਿਰ ਦੇ ਨਾਲ ਤੁਹਾਨੂੰ ਸਾਰਾ ਇੱਕ ਜੰਨਤ ਨਜ਼ਰ ਆਏਗਾ ਦੁਰਾਹੇ।